तक आपां पढ़दे सुणदे आए हां कि जदों आनंदपुर साहिब नूं घेरा पिया ते किले दे अंदर रसद पानी खत्म हो गया तां भुख ते त्योहार मन के 40 सिंह गुरु साहिब नूं बिदावा दे के अध विचकार छड्ड के आ गए। पर असल विच तां सदियां तो बिदावे दा कलंक सह रहे माझे दे 40 जुझारू ਸਿੰਘਾਂ ने तां कदी गुरु साहिब नूं बिदावा दिता ही नहीं सी। ਇਹ बिदावा तां आनंदपुर साहिब दी धरती तो मीलां दूर मालवे दे इलाके विच गुरु साहिब नूं किसे रसूखदार चौधरी ने दिता सी। आखिर की है बिदावे दी घटना दा असली सच? इस तो इलावा जिन्हां शहादतां दी याद विच 1 माघ नूं मुक्तसर साहिब विच जोड़ मेला लगदा है। ਇਹ ਸ਼ਹਾਦਤਾਂ ਤਾਂ ਕਈ ਮਹੀਨੇ ਪਹਿਲਾਂ ਵਿਸਾਖ ਦੇ ਮਹੀਨੇ ਵਿੱਚ ਹੀ ਹੋ ਗਈਆਂ ਸਨ। ਫਿਰ ਆਖਿਰ ਇਹ ਤਰੀਕਾਂ ਦਾ ਫੇਰ ਬਦਲ ਕਿਉਂ? ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ। ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਦੁਨੀਆ ਦੇ ਗੱਲ ਚੱਲਦੀ ਹੈ ਤਾਂ ਇੱਕ ਨਿਯਮ ਜਿਹੜਾ ਹਰੇਕ ਖਿੱਤੇ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਨਵੀਨਤਮ ਖੋਜਾਂ ਦੇ ਆਧਾਰ ਤੇ ਕਿਤੇ ਵੀ ਲੋੜ ਪਵੇ ਤਾਂ ਪੁਰਾਣੇ ਤੈਅ ਕੀਤੇ ਗਏ ਲਿਖੇ ਗਏ ਇਤਿਹਾਸ ਵਿੱਚ ਸੋਧ ਕਰਨ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਹਾਲਾਂਕਿ 40 ਮੁਕਤਿਆਂ ਦਾ ਬਿਦਾਵਾ ਲਿਖਣ ਵਾਲਾ ਇਤਿਹਾਸ ਜੋ ਕਿ ਆਪਾਂ ਦਹਾਕੇ ਸਦੀਆਂ ਤੋਂ ਪੜ੍ਹਦੇ ਸੁਣਦੇ ਆਏ ਹਾਂ, ਇੱਕੋ ਦਮ ਉਹਦੀ ਥਾਂ ਤੇ ਕੋਈ ਨਵੀਂ ਥਿਉਰੀ ਐਕਸੈਪਟ ਕਰ ਲੈਣਾ ਆਪਣੇ ਸਭ ਦੇ ਲਈ ਬੜਾ ਔਖਾ ਹੈ। ਪਰ ਜਦੋਂ ਹੁਣ ਕੌਮ ਦੇ ਲਈ ਕੋਈ ਨਵੀਂ ਤੇ ਸਕਾਰਾਤਮਕ ਖੋਜ ਹੋਈ ਹੈ ਜਿਸ ਨੂੰ ਇੱਕ ਇੱਕ ਕਰਕੇ ਕੌਮ ਦੇ ਚੋਟੀ ਦੇ ਇਤਿਹਾਸਕਾਰ ਤੇ ਵਿਦਵਾਨ ਮਾਨਤਾ ਦਿੰਦੇ ਜਾ ਰਹੇ ਹਨ ਤਾਂ ਫਿਰ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਸੀ। ਪਰ ਮੈਂ ਇੱਥੇ ਕਿਸੇ ਤੇ ਕੋਈ ਨਵੀਂ ਥਿਉਰੀ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਸਾਰੇ ਇਤਿਹਾਸਿਕ ਤੱਥ ਫਰੋਲਣ ਤੋਂ ਬਾਅਦ ਤੇ ਕਿਹੜੇ ਵਿਦਵਾਨ ਇਸ ਨਵੇਂ ਇਤਿਹਾਸ ਦੇ ਪੱਖ ਵਿੱਚ ਹਨ, ਇਹ ਸਭ ਜਾਣਨ ਤੋਂ ਬਾਅਦ ਆਪਣੇ ਲਈ ਅੰਤਮ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਤੁਹਾਨੂੰ ਇਹ ਨਵਾਂ ਇਤਿਹਾਸ ਸਹੀ ਲੱਗਦਾ ਹੈ ਜਾਂ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੁਸੀਂ ਉਸ ਨੂੰ ਠੀਕ ਮੰਨੋਗੇ। ਕਿਉਂਕਿ ਜਦੋਂ ਆਪਾਂ ਫੌਜੀਆਂ ਦੇ ਪਿੱਛੇ ਹਟਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਵਾਲ ਗੁਰੂ ਸਾਹਿਬ ਦੀ ਲੀਡਰਸ਼ਿਪ ਤੇ ਵੀ ਉੱਠਦਾ ਹੈ ਤੇ ਦਸ਼ਮੇਸ਼ ਪਾਤਸ਼ਾਹ ਵਰਗਾ ਸੂਝਵਾਨ ਜਰਨੈਲ ਸ਼ਾਇਦ ਹੀ ਦੁਨੀਆ ਤੇ ਦੂਸਰਾ ਕੋਈ ਹੋਇਆ ਹੋਣਾ। ਬਿਦਾਵੇ ਦਾ ਜੋ ਪ੍ਰਾਚੀਨ ਇਤਿਹਾਸ ਪ੍ਰਚਲਿਤ ਹੈ ਜਿਸ ਨੂੰ ਆਪਾਂ ਥੋੜਾ ਜਿਹਾ ਵੀ ਧਿਆਨ ਨਾਲ ਵੇਖੀਏ ਤਾਂ ਇਹਦੇ ਵਿੱਚ 2 ਵੱਡੇ ਲੂਪ ਹੋਲ ਨਜ਼ਰ ਆਉਂਦੇ ਹਨ। ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਲੱਖਾਂ ਦੀ ਮੁਗਲ ਤੇ ਪਹਾੜੀ ਫੌਜ ਨੇ ਜ਼ਬਰਦਸਤ ਘੇਰਾ ਪਾਇਆ ਹੋਇਆ ਹੈ ਤੇ ਜੇ ਉਹ 40 ਸਿੰਘ ਬਿਦਾਵਾ ਦੇ ਕੇ ਨਿਕਲੇ ਵੀ ਹੋਣਗੇ ਤਾਂ ਕਿ ਦੁਸ਼ਮਣ ਫੌਜ ਨੇ ਉਹਨਾਂ ਨੂੰ ਚੁੱਪਚਾਪ ਇੱਥੋਂ ਜਾਣ ਦਿੱਤਾ ਹੋਊਗਾ। ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖੀਏ ਤਾਂ ਜਦੋਂ ਕਿਸੇ ਭਖਦੀ ਮੂਵਮੈਂਟ ਵਿੱਚੋਂ ਕੋਈ ਅੱਧ ਵਿਚਕਾਰ ਹੀ ਸਮਰਪਣ ਕਰ ਦਿੰਦਾ ਹੈ ਤਾਂ ਕਿ ਪੁਲਿਸ ਉਸ ਨੂੰ ਜਾਣ ਦਿੰਦੀ ਹੈ? ਨਹੀਂ, ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਦੁਸ਼ਮਣ ਦਾ ਪੂਰਾ ਭੇਦ ਲੈਂਦੀ ਹੈ ਤੇ ਠੀਕ ਐਵੇਂ ਹੀ ਉਸ ਸਮੇਂ ਮੁਗਲ ਫੌਜ ਨੇ ਵੀ ਕੀਤਾ ਹੋਊਗਾ। ਇਹਨਾਂ 40 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਬੇਅੰਤ ਤਸ਼ੱਦਦਾਂ ਢਾਈਆਂ ਹੋਣਗੀਆਂ, ਕੁੱਟਮਾਰ ਕਰਕੇ ਗੜੀ ਦੇ ਅੰਦਰ ਦਾ ਪੂਰਾ ਭੇਦ ਲਿਆ ਹੋਊਗਾ ਕਿ ਅੰਦਰ ਕਿੰਨੇ ਲੋਕ ਹਨ, ਉਹਨਾਂ ਕੋਲ ਕਿੰਨਾ ਕੁ ਰਾਸ਼ਨ ਹੈ ਤੇ ਕਿੰਨਾ ਕੁ ਅਸਲਾ ਹੈ। ਕਿਉਂਕਿ ਦੁਸ਼ਮਣ ਨੂੰ ਵੀ ਪਤਾ ਸੀ ਕਿ ਪਿਛਲੇ 7-8 ਮਹੀਨੇ ਤੋਂ ਅਸੀਂ ਘੇਰਾ ਪਾਈ ਬੈਠੇ ਹਾਂ ਪਰ ਸਾਡੀ ਪੇਸ਼ ਨਹੀਂ ਜਾ ਰਹੀ, ਉੱਤੋਂ ਲੱਖਾਂ ਦੀ ਫੌਜ ਦਾ ਭਾਰੀ ਖਰਚ ਵੀ ਸਿਰ ਤੇ ਪੈ ਰਿਹਾ ਹੈ ਤੇ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਭੁੱਖ ਤੋਂ ਡਰ ਕੇ ਬਿਦਾਵਾ ਦੇ ਕੇ ਆ ਗਏ ਉਹ ਤਸ਼ੱਦਦ ਤੇ ਮੌਤ ਦੇ ਡਰ ਤੋਂ ਮੁਖਬਰ ਬਣਨ ਲੱਗਿਆਂ ਵੀ ਦੇਰ ਨਹੀਂ ਲਾਉਣਗੇ। ਅਗਲਾ ਪੁਆਇੰਟ ਜੋ ਹੋਰ ਵੀ ਹੈਰਾਨ ਕਰਨ ਵਾਲਾ ਹੈ ਕਿ ਚਲੋ ਇੱਕ ਵਾਰ ਦੇ ਲਈ ਮੰਨ ਲੈਂਦੇ ਹਾਂ ਕਿ 40 ਸਿੰਘ ਬਿਦਾਵਾ ਦੇ ਕੇ ਆਏ ਸਨ। ਅਹਿਕਾਮੇ ਆਲਮਗੀਰੀ, ਮੁਅੱਸਰੇ ਆਲਮਗੀਰੀ, ਉਸ ਸਮੇਂ ਦਾ ਸਰਕਾਰੀ ਅਖਬਾਰ ਆਤੇ ਦਰਬਾਰੇ ਮੌਲਾ, ਇਹ ਦੁਸ਼ਮਣ ਧਿਰ ਦੇ ਉਹ ਸਰੋਤ ਹਨ ਜਿਨ੍ਹਾਂ ਵਿੱਚ ਸਿੱਖਾਂ ਦੇ ਲਈ ਕੁੱਤੇ, ਕਲੰਕੀ, ਕਾਲੇ ਮੂੰਹ ਵਾਲੇ ਯਾਨੀ ਕਿ ਦੁਸ਼ਮਣ ਮੰਨ ਕੇ ਜਿੰਨੇ ਹੋ ਸਕੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪਰ ਨਾਲ ਹੀ ਕਿਉਂਕਿ ਇਹ ਲੇਖਾ ਜੋਖਾ ਰੱਖਣ ਦੇ ਸਰਕਾਰੀ ਰਿਕਾਰਡ ਸਨ, ਇਹਨਾਂ ਵਿੱਚ ਡੇ ਬਾਈ ਡੇ ਇੱਕ ਦਿਨ ਦਾ ਇੱਕ ਛੋਟੀ ਘਟਨਾ ਦਾ ਸਾਨੂੰ ਤਰੀਕਬੱਧ ਜ਼ਿਕਰ ਮਿਲਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਚੋਂ ਕਿਸੇ ਇੱਕ ਵੀ ਸਰੋਤ ਵਿੱਚ ਬਿਦਾਵਾ ਦੇ ਕੇ ਆਏ ਇਹਨਾਂ ਸਿੰਘਾਂ ਦਾ ਜ਼ਿਕਰ ਨਹੀਂ ਮਿਲਦਾ, ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਪਹਾੜੀ ਰਾਜੇ ਮੁੱਦਤਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਗੁਰੂ ਘਰ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ, ਇਹ 40 ਸਿੱਖਾਂ ਦਾ ਗੁਰੂ ਘਰ ਤੋਂ ਟੁੱਟ ਕੇ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਇਸ ਘਟਨਾ ਨੂੰ ਤਾਂ ਉਚੇਚੇ ਤੌਰ ਤੇ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਸੀ ਤੇ ਮਿਰਚ ਮਸਾਲਾ ਲਾ ਕੇ ਵਧਾ ਚੜਾ ਕੇ ਚਿੱਠੀਆਂ ਦੇ ਰਾਹੀਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ। ਪਰ 22 ਪਹਾੜੀ ਰਾਜਿਆਂ ਦੇ ਦਰਬਾਰ, ਮੁਗਲ ਫੌਜ ਦਾ ਰਿਕਾਰਡ ਜਾਂ ਫਿਰ ਔਰੰਗਜ਼ੇਬ ਦੇ ਦਰਬਾਰ ਦਾ ਸਰਕਾਰੀ ਰਿਕਾਰਡ, ਕਿਸੇ ਇੱਕ ਵੀ ਸਰੋਤ ਵਿੱਚ ਇਸ ਬਿਦਾਵੇ ਦੀ ਗੱਲ ਦਾ ਜ਼ਿਕਰ ਨਹੀਂ ਮਿਲਦਾ। ਪਰ ਜੇ ਇਹ ਇਤਿਹਾਸ ਸਹੀ ਨਹੀਂ ਹੈ ਤਾਂ ਨਵੀਨਤਮ ਖੋਜਾਂ ਦੇ ਆਧਾਰ ਤੇ ਅਸਲ ਇਤਿਹਾਸ ਹੈ ਕੀ? ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਸਰਸਾ ਦੇ ਕੰਢੇ ਤੇ ਜੰਗ ਤੇ ਪਰਿਵਾਰ ਵਿਛੋੜਾ ਤੇ ਫਿਰ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਹੁੰਚਦੇ ਹਨ ਦੀਨਾ ਕਾਂਗੜ, ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ 'ਚ ਬੈਠ ਕੇ ਗੁਰੂ ਸਾਹਿਬ ਜਫਰਨਾਮਾ ਲਿਖਦੇ ਹਨ। ਤੇ ਜਦੋਂ ਗੁਰੂ ਸਾਹਿਬ ਦੀਨਾ ਕਾਂਗੜ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਠੀਕ ਉਸੇ ਸਮੇਂ ਮਾਝੇ ਦੀ ਧਰਤੀ ਤੇ ਵੀ ਇੱਕ ਵਰਤਾਰਾ ਵਾਪਰ ਰਿਹਾ ਹੈ। ਮਾਤਾ ਭਾਗ ਕੌਰ ਜੀ ਯਾਨੀ ਕਿ ਮਾਈ ਭਾਗੋ ਦਾ ਨਾਮ ਤਾਂ ਆਪਾਂ ਸਭ ਨੇ ਸੁਣਿਆ ਹੈ।
ਇਸੇ ਦੌਰਾਨ ਹੀ ਮਾਈ ਭਾਗੋ ਦੇ ਸਹੁਰਾ ਸਾਹਿਬ ਸਰਦਾਰ ਦੇਸਰਾਜ ਵੜੈਚ ਦੀ ਮੌਤ ਹੁੰਦੀ ਹੈ। ਪੱਟੀ ਪਿੰਡ ਵਿੱਚ ਵਸਦਾ ਮਾਈ ਭਾਗੋ ਦਾ ਸਹੁਰਾ ਪਰਿਵਾਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਬੜਾ ਹੀ ਅਮੀਰ ਤੇ ਰਸੂਖਦਾਰ ਪਰਿਵਾਰ ਸੀ। ਸੋ ਦੇਸਰਾਜ ਵੜੈਚ ਦੇ ਭੋਗ ਦੇ ਮੌਕੇ ਤੇ ਸਿੱਖ ਸੰਗਤ ਦਾ ਇੱਕ ਬੜਾ ਵੱਡਾ ਇਕੱਠ ਹੁੰਦਾ ਹੈ। ਸੁਭਾਵਕ ਜੀ ਗੱਲ ਹੈ ਕਿ ਇੱਥੇ ਝੰਬਾਲ ਪਿੰਡ ਤੋਂ ਮਾਈ ਭਾਗੋ ਦਾ ਪੇਕਾ ਪਰਿਵਾਰ ਵੀ ਪਹੁੰਚਿਆ ਹੈ। ਇਹ ਵੀ ਬੜਾ ਅਮੀਰ ਘਰਾਣਾ ਹੈ। ਮਾਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਇਲਾਕੇ ਦਾ ਚੌਧਰੀ ਹੈ ਤੇ ਉਹਦੀ ਲਾਹੌਰ ਦਰਬਾਰ ਨਾਲ ਸਿੱਧੀ ਗੱਲਬਾਤ ਹੈ। ਉੱਥੇ ਭੋਗ ਤੇ ਫਿਰ ਚਰਚਾ ਛਿੜਦੀ ਹੈ ਕਿ ਗੁਰੂ ਸਾਹਿਬ ਨਾਲ ਇੰਨਾ ਕੁਝ ਵਾਪਰ ਗਿਆ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਅਸੀਂ ਘਰਾਂ ਵਿੱਚ ਆਰਾਮ ਫਰਮਾਉਂਦੇ ਰਹਿ ਗਏ। ਘੱਟੋ ਘੱਟ ਆਪਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਤਾਂ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਸੰਗਤਾਂ ਦਾ ਇੱਕ ਜੱਥਾ ਗੁਰੂ ਸਾਹਿਬ ਨੂੰ ਮਿਲਣ ਲਈ ਰਵਾਨਾ ਹੁੰਦਾ ਹੈ। ਹੁਣ ਇਸ ਜੱਥੇ ਵਿੱਚ ਕੌਣ-ਕੌਣ ਹਨ? ਮਾਤਾ ਭਾਗ ਕੌਰ ਜੀ ਤੇ ਉਹਨਾਂ ਦੇ ਦੋਵੇਂ ਭਰਾ ਚੌਧਰੀ ਭਾਗ ਸਿੰਘ ਤੇ ਛੋਟਾ ਭਰਾ ਦਿਲਬਾਗ ਸਿੰਘ, ਮਾਈ ਭਾਗੋ ਦੇ ਘਰ ਵਾਲੇ ਸਰਦਾਰ ਨਿਧਾਨ ਸਿੰਘ ਵੜੈਚ ਤੇ ਮਾਈ ਭਾਗੋ ਦਾ ਦਿਓਰ ਸਰਦਾਰ ਸੁਲਤਾਨ ਸਿੰਘ ਵੜੈਚ। ਇਸ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਚਾਚੇ ਦਾ ਪੁੱਤਰ ਸਰਦਾਰ ਰਾਏ ਸਿੰਘ ਤੇ ਉਹਨਾਂ ਦਾ ਭਤੀਜਾ ਸਰਦਾਰ ਮਾਹ ਸਿੰਘ। ਨਾਲ ਹੀ ਮਾਈ ਭਾਗੋ ਦੇ ਪੇਕੇ ਪਿੰਡ ਝੰਬਾਲ ਦੇ ਤੇ ਸਹੁਰੇ ਪਿੰਡ ਪੱਟੀ ਦੇ ਵੀ ਕੁਝ ਸਿੱਖ ਯਾਨੀ ਕਿ ਕੁੱਲ 41 ਜਣੇ ਇਸ ਜੱਥੇ ਵਿੱਚ ਸ਼ਾਮਲ ਹਨ। ਇਹ ਜੱਥਾ ਆਪਣਾ ਪਹਿਲਾ ਪੜਾਅ ਜੀਰੇ ਲਾਉਂਦਾ ਹੈ। ਉੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕਪੂਰੇ ਚੌਧਰੀ ਦੇ ਇਲਾਕੇ ਤੋਂ ਹੁੰਦੇ ਹੋਏ ਲੱਖੀ ਜੰਗਲ ਵੱਲ ਅੱਗੇ ਵਧ ਰਹੇ ਹਨ। ਉਸ ਇਲਾਕੇ ਵੱਲ ਗੁਰੂ ਸਾਹਿਬ ਇਸ ਲਈ ਜਾ ਰਹੇ ਸਨ ਕਿਉਂਕਿ ਇਹ ਇਲਾਕਾ ਮੁਲਤਾਨ ਸੂਬੇ ਦੇ ਅਧੀਨ ਆਉਂਦਾ ਸੀ। ਮੁਲਤਾਨ ਦੇ ਗਵਰਨਰ ਦਾ ਸੂਬਾ ਸਰਹੰਦ ਵਜ਼ੀਰ ਖਾਨ ਨਾਲ ਇੱਟ ਕੁੱਤੇ ਦਾ ਵੈਰ ਸੀ। ਵਜ਼ੀਰ ਖਾਨ ਚਾਹ ਕੇ ਵੀ ਉੱਥੇ ਕੁਝ ਨਹੀਂ ਸੀ ਕਰ ਸਕਦਾ। ਉੱਥੋਂ ਦੇ ਲੋਕਲ ਚੌਧਰੀ ਨੂੰ ਵਜ਼ੀਰ ਖਾਨ ਦੀ ਚਿੱਠੀ ਵੀ ਮਿਲਦੀ ਹੈ ਤਾਂ ਉਹ ਅੱਗਿਓਂ ਜਵਾਬ ਦਿੰਦਾ ਹੈ ਕਿ ਭੁੱਲ ਕੇ ਵੀ ਇੱਧਰ ਨੂੰ ਮੂੰਹ ਨਾ ਕਰੀ ਜੇ ਚੰਗੀ ਚਾਹਣਾ ਹੈ ਤਾਂ। ਜਦੋਂ ਆਪਾਂ ਕੋਟਕਪੂਰੇ ਤੋਂ ਮੁਕਤਸਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਵਿੱਚ ਦੋ ਪਿੰਡ ਆਉਂਦੇ ਹਨ, ਰੂਪੇਆਣਾ ਤੇ ਰਾਮੇਆਣਾ। ਇਸੇ ਥਾਂ ਤੇ ਹੀ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਨੂੰ ਮਿਲਦਾ ਹੈ। ਸੰਗਤਾਂ ਲਈ ਚਾਦਰ ਵਿਛਾ ਦਿੱਤੀ ਜਾਂਦੀ ਹੈ ਤੇ ਗੁਰੂ ਸਾਹਿਬ ਲਈ ਚੰਦੋਆ ਸਾਹਿਬ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ ਤੇ ਫਿਰ ਵਿਚਾਰ ਚਰਚਾ ਆਰੰਭ ਹੁੰਦੀ ਹੈ। ਚਰਚਾ ਚਲਦਿਆਂ ਮਾਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਜੋ ਕਿ ਇਲਾਕੇ ਦਾ ਚੌਧਰੀ ਸੀ, ਉਹ ਕਹਿੰਦਾ ਹੈ ਕਿ ਗੁਰੂ ਸਾਹਿਬ ਮਾਤਾ ਜੀ ਸ਼ਹੀਦ ਹੋ ਗਏ, ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਛੱਡਣਾ ਪੈ ਗਿਆ, ਸਾਡਾ ਸਾਰਾ ਇਤਿਹਾਸਿਕ ਖਜ਼ਾਨਾ ਸਰਸਾ ਵਿੱਚ ਰੁੜ ਗਿਆ, ਹੁਣ ਸਾਡੇ ਕੋਲ ਸਿਰਫ ਤੁਸੀਂ ਬਚੇ ਹੋ। ਜੇ ਕੱਲ ਨੂੰ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ? ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਰਵੇ। ਤੁਸੀਂ ਆ ਯੋਧੇ ਦਾ ਜੀਵਨ ਤਿਆਗ ਕੇ ਇੱਕ ਸੰਤ ਦੀ ਤਰ੍ਹਾਂ ਗੱਦੀ ਤੇ ਵਿਰਾਜਮਾਨ ਹੋਵੋ। ਮੇਰੀ ਲਾਹੌਰ ਦਰਬਾਰ ਵਿੱਚ ਪੂਰੀ ਗੱਲਬਾਤ ਹੈ। ਅਸੀਂ ਲਾਹੌਰ ਦਰਬਾਰ ਦੇ ਰਾਹੀਂ ਔਰੰਗਜ਼ੇਬ ਨਾਲ ਤੁਹਾਡੀ ਸੁਲਾਹ ਕਰਵਾ ਦਿੰਨੇ ਹਾਂ। ਇਹ ਗੱਲ ਸੁਣ ਕੇ ਦਸ਼ਮੇਸ਼ ਪਾਤਸ਼ਾਹ ਇੱਕਦਮ ਸ਼ਾਂਤ ਹੋ ਗਏ। ਗੁਰੂ ਸਾਹਿਬ ਨੇ ਆਪਣੇ ਨੇਤਰ ਬੰਦ ਕਰ ਲਏ। ਭਾਗ ਸਿੰਘ ਨੇ ਦੁਬਾਰਾ ਪੁੱਛਿਆ, ਗੁਰੂ ਸਾਹਿਬ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਤਦ ਗੁਰੂ ਸਾਹਿਬ ਆਪਣੇ ਨੇਤਰ ਖੋਲਦੇ ਹਨ। ਉਹਨਾਂ ਦੇ ਚਿਹਰੇ ਤੇ ਵੀਰ ਰਸ ਝਲਕ ਰਿਹਾ ਹੈ, ਹਾਵ ਭਾਵ ਇੱਕਦਮ ਬਦਲ ਚੁੱਕੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿੱਖ ਦਾ ਕੰਮ ਉਪਦੇਸ਼ ਲੈਣਾ ਹੈ ਜਾਂ ਦੇਣਾ। ਜਦੋਂ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤੇ ਗਏ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ? ਜਦੋਂ ਨੌਵੇਂ ਪਾਤਸ਼ਾਹ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਸੁਲਾਹ ਕਰਾਉਣ ਦਾ ਚੇਤਾ ਨਹੀਂ ਆਇਆ? ਜਦੋਂ ਅਨੰਦਪੁਰ ਸਾਹਿਬ ਵਿੱਚ ਸਿੰਘ ਭੁੱਖ ਪਿਆਸ ਨਾਲ ਜੂਝਦੇ ਰਹੇ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ? ਜਦੋਂ ਚਮਕੌਰ, ਸਰਹੰਦ ਤੇ ਸਰਸਾ ਦੇ ਕੰਢੇ ਸ਼ਹਾਦਤਾਂ ਹੋਈਆਂ ਉਦੋਂ ਤੁਸੀਂ ਸਮਝੌਤਾ ਕਰਾਉਣ ਕਿਉਂ ਨਹੀਂ ਆਏ? ਜਿਹੜੇ ਨੀਚ ਆਪਣੇ ਧਰਮ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਉਹਨਾਂ ਨਾਲ ਕੀ ਸਮਝੌਤਾ ਕਰਨਾ? ਹੁਣ ਤਾਂ ਇਹ ਜਿਹੜੀ ਤੇਗ ਮਿਆਨ ਚੋਂ ਨਿਕਲੀ ਹੈ ਉਹ ਮੈਦਾਨ ਫਤਿਹ ਕਰਕੇ ਹੀ ਮਿਆਨ ਵਿੱਚ ਵਾਪਸ ਪਊਗੀ। ਭਾਗ ਸਿੰਘ ਬੜਾ ਹੀ ਰਸੂਖਦਾਰ ਬੰਦਾ ਸੀ ਤੇ ਇੰਨੀ ਸੰਗਤ ਦੇ ਸਾਹਮਣੇ ਇਹ ਜਵਾਬ ਸੁਣ ਕੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ। ਤਲਖੀ 'ਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਸਮੇਂ ਦੀ ਮੰਗ ਹੈ ਕਿ ਆਪਾਂ ਹਕੂਮਤ ਦੇ ਨਾਲ ਸੁਲਾਹ ਕਰਕੇ ਰਹੀਏ ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਆਪਣੀ ਨਿਭ ਨਹੀਂ ਸਕਦੀ। ਗੁਰੂ ਜੀ ਫਰਮਾਏ ਕਿ ਜੇ ਨਹੀਂ ਨਿਭ ਸਕਦੀ ਤਾਂ ਫਿਰ ਲਿਖ ਕੇ ਦੇ ਦਿਓ। ਜ਼ਿਕਰ ਮਿਲਦਾ ਹੈ ਕਿ ਭਾਈ ਮਾਨ ਸਿੰਘ ਨਿਸ਼ਾਨਚੀ ਕਲਮ ਕਾਗਜ਼ ਲੈ ਕੇ ਆਏ ਤੇ ਬੇਦਾਵਾ ਲਿਖਿਆ ਗਿਆ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੱਸਦੇ ਹਨ ਕਿ 40 ਨਹੀਂ, ਇਸ ਬੇਦਾਵੇ ਤੇ ਸਿਰਫ 4 ਜਾਂ 5 ਬੰਦਿਆਂ ਦੇ ਹੀ ਦਸਤਖਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ। ਇੱਕ ਤਾਂ ਭਾਗ ਸਿੰਘ ਆਪ ਹੀ ਸੀ, ਇਸ ਤੋਂ ਇਲਾਵਾ ਘਰਬਾਰਾ ਸਿੰਘ, ਦਿਲਬਾਗ ਸਿੰਘ ਤੇ ਗੰਡਾ ਸਿੰਘ। ਜਦੋਂ ਹਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਉਹਨੇ ਚਿਰ ਵਿੱਚ ਟਾਂਗੂ ਸਿੰਘ ਆ ਗਿਆ। ਟਾਂਗੂ ਕਿਹਾ ਜਾਂਦਾ ਹੈ ਉਸ ਸਿਪਾਹੀ ਨੂੰ ਜੋ ਉੱਚੇ ਦਰਖਤ ਤੇ ਚੜ ਕੇ ਚਾਰੇ ਪਾਸੇ ਦੁਸ਼ਮਣ ਤੇ ਨਿਗਾਹ ਰੱਖਦਾ ਹੈ। ਉਹਨੇ ਸੂਚਨਾ ਦਿੱਤੀ ਕਿ ਵਜ਼ੀਰ ਖਾਨ ਦੀ ਅਗਵਾਈ ਵਿੱਚ ਲਗਭਗ 8000 ਦੀ ਫੌਜ ਤੇਜ਼ੀ ਨਾਲ ਇਧਰ ਨੂੰ ਵੱਧਦੀ ਆ ਰਹੀ ਹੈ। ਖਬਰ ਮਿਲਦੇ ਹੀ ਗੁਰੂ ਸਾਹਿਬ ਬੇਦਾਵੇ ਦੇ ਖੱਤ ਨੂੰ ਆਪਣੇ ਕਮਰ ਕੱਸੇ ਵਿੱਚ ਰੱਖ ਕੇ ਆਪਣੇ ਸਿੰਘਾਂ ਸਮੇਤ ਝਟਪਟ ਉੱਥੋਂ ਰਵਾਨਾ ਹੋ ਜਾਂਦੇ ਹਨ ਤੇ ਬਾਕੀ ਦੀ ਸੰਗਤ ਦਾ ਜੱਥਾ ਵੀ ਉਸ ਫੌਜ ਦੇ ਰਸਤੇ ਤੋਂ ਪਿੱਛੇ ਹਟ ਕੇ ਵਾਪਸ ਘਰਾਂ ਨੂੰ ਤੁਰ ਜਾਂਦਾ ਹੈ। ਇਹਨਾਂ ਪਿਛਲੇ ਕੁਝ ਕੁ ਮਿੰਟਾਂ ਵਿੱਚ ਜੋ ਕੁਝ ਵਾਪਰਿਆ ਸੀ ਇਹਦੇ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮਾਤਾ ਭਾਗ ਕੌਰ ਜੀ ਫਰਮਾਏ ਕਿ ਵੀਰਾ ਇਹ ਤੂੰ ਕੀ ਕੀਤਾ? ਯਾਦ ਕਰ ਆਪਾਂ ਘਰੋਂ ਕਰਨ
ਕਰਨ ਕੀ ਆਏ ਸਾਂ। ਹੁਣ ਆਪਾਂ ਕੀ ਮੂੰਹ ਲੈ ਕੇ ਪਿੰਡ ਵਿੱਚ ਵੜਾਂਗੇ, ਲੋਕੀ ਤੁਹਾਨੂੰ ਲਾਹਣਤਾਂ ਪਾਉਣਗੇ। ਹਜੇ ਤਾਂ ਦੁਨੀ ਚੰਦ ਦੇ ਭਗੌੜੇ ਹੋਣ ਦਾ ਦਾਗ ਵੀ ਮਾਝੇ ਦੇ ਮੱਥੇ ਤੋਂ ਨਹੀਂ ਲੱਥਿਆ ਤੇ ਤੁਸੀਂ ਇਹ ਨਵੀਂ ਹੀ ਲਾਹਣਤ ਆਪਣੇ ਗਲ ਪਾ ਲਈ। ਇਸ ਤਰ੍ਹਾਂ ਮਾਤਾ ਭਾਗ ਕੌਰ ਜੀ ਨੇ ਖੂਬ ਖਰੀਆਂ ਸੁਣਾ ਕੇ ਭਾਗ ਸਿੰਘ ਤੇ ਨਾਲ ਦਿਆਂ ਦੀ ਜ਼ਮੀਰ ਨੂੰ ਲਲਕਾਰਿਆ। ਨਾਲ ਆਏ ਦੂਸਰੇ ਸਿੰਘ ਵੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਦੱਸੇ ਪੁੱਛੇ ਬਿਨਾਂ ਹੀ ਵਿਦਾਵਾ ਲਿਖ ਕੇ ਦੇ ਆਏ ਹੋ, ਪਰ ਗੱਦਾਰ ਤਾਂ ਤੁਹਾਡੇ ਨਾਲ ਅਸੀਂ ਵੀ ਵੱਜਾਂਗੇ। ਮਾਤਾ ਭਾਗ ਕੌਰ ਨੇ ਫੇਰ ਕਿਹਾ ਕਿ ਮੈਂ ਤਾਂ ਚੱਲੀ ਹਾਂ ਆਪਣੇ ਗੁਰੂ ਦੇ ਵੈਰੀਆਂ ਨਾਲ ਖੰਡਾ ਖੜਕਾਉਣ, ਮੈਂ ਲਾਹਣਤ ਭਰਾ ਜੀਵਨ ਨਹੀਂ ਜੀ ਸਕਦੀ। ਭਾਗ ਸਿੰਘ ਨੇ ਭਾਵੇਂ ਗੁੱਸੇ ਵਿੱਚ ਆ ਕੇ ਜੋ ਮਰਜ਼ੀ ਕਹਿਤਾ ਹੋਵੇ, ਪਰ ਅੰਦਰੋਂ ਤਾਂ ਉਹ ਵੀ ਗੁਰੂ ਨਾਲ ਜੁੜਿਆ ਹੋਇਆ ਸੀ। ਤੇ ਜਦੋਂ ਮਾਤਾ ਭਾਗ ਕੌਰ ਜੀ ਤੇ ਨਾਲਦਿਆਂ ਨੇ ਉਸ ਨੂੰ ਮੰਗਾਰਿਆ ਤਾਂ ਕੁਝ ਪਲਾਂ ਲਈ ਭਟਕਿਆ ਉਹਦਾ ਜ਼ਮੀਰ ਇੱਕ ਵਾਰ ਫੇਰ ਜਾਗਿਆ, ਖੂਨ ਉਬਾਲੇ ਖਾਣ ਲੱਗ ਪਿਆ। ਇਸ ਤੋਂ ਬਾਅਦ ਇਹ ਸਿੰਘ ਮਾਤਾ ਭਾਗ ਕੌਰ ਜੀ ਦੀ ਅਗਵਾਈ ਵਿੱਚ ਵਾਪਸ ਉਸੇ ਸਥਾਨ ਵੱਲ ਮੁੜ ਗਏ। ਉੱਥੋਂ ਥੋੜਾ ਜਿਹਾ ਅੱਗੇ ਜਦੋਂ ਇਹ ਜੱਥਾ ਖਦਰਾਣੇ ਦੀ ਢਾਬ ਲਾਗੇ ਪਹੁੰਚਿਆ, ਢਾਬ ਸ਼ਬਦ ਮੀਂਹ ਦਾ ਪਾਣੀ ਇਕੱਠਾ ਕਰਨ ਵਾਲੇ ਤਲਾਬ ਨੂੰ ਕਿਹਾ ਜਾਂਦਾ ਹੈ। ਜਦੋਂ ਇੱਥੇ ਪਹੁੰਚੇ ਤਾਂ ਵੇਖਦੇ ਹਨ ਕਿ ਦੁਸ਼ਮਣ ਬੜੀ ਤੇਜ਼ੀ ਨਾਲ ਵੱਧਦਾ ਆ ਰਿਹਾ ਹੈ, ਪਰ ਗੁਰੂ ਸਾਹਿਬ ਤਾਂ ਹਜੇ ਥੋੜੀ ਦੂਰ ਮਸਾਂ ਉੱਚੀ ਟਿੱਬੀ ਤੱਕ ਹੀ ਪਹੁੰਚੇ ਹਨ। ਖਦਰਾਣੇ ਦੀ ਢਾਬ ਸੁੱਕੀ ਹੋਈ ਸੀ ਤੇ ਉੱਥੇ ਚਾਰੇ ਪਾਸੇ ਉੱਚੀਆਂ ਝਾੜੀਆਂ ਸਨ। ਸਿੰਘਾਂ ਨੇ ਉੱਥੇ ਹੀ ਮੋਰਚਾ ਲਾ ਲਿਆ ਤੇ ਝਾੜੀਆਂ ਦੇ ਉੱਤੇ ਆਪਣੇ ਕਮਰ ਕੱਸੇ ਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਲੱਗੇ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੇ ਇੱਥੇ ਆਪਣੇ ਤੰਬੂ ਗੱਡ ਕੇ ਪੜਾ ਲਾਇਆ ਹੋਇਆ ਹੈ। ਮੁਗਲ ਫੌਜਾਂ ਦੇ ਉੱਥੇ ਪਹੁੰਚਦੇ ਹੀ ਸਿੰਘਾਂ ਨੇ ਹਮਲਾ ਕਰ ਦਿੱਤਾ ਤੇ ਬੜੀ ਹੀ ਘਮਾਸਾਨ ਜੰਗ ਹੋਈ। ਸਿੰਘ ਬੜੀ ਹੀ ਵਧੀਆ ਪਲਾਨਿੰਗ ਤੇ ਬੜੀ ਹੀ ਬਹਾਦਰੀ ਨਾਲ ਲੜਦੇ ਰਹੇ। ਉਹਨਾਂ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੇ ਵੀ ਉੱਚੀ ਟਿੱਬੀ ਤੋਂ ਸਿੰਘਾਂ ਦਾ ਇੱਕ ਜੱਥਾ ਭੇਜਿਆ ਤੇ ਆਪ ਵੀ ਟਿੱਬੀ ਤੋਂ ਦੁਸ਼ਮਣਾਂ ਤੇ ਤੀਰ ਵਰਾਉਂਦੇ ਰਹੇ। ਸ਼ਾਮ ਤੱਕ ਦੁਸ਼ਮਣਾਂ ਦੀ ਅੱਧੀ ਫੌਜ ਨੂੰ ਸੋਧ ਦਿੱਤਾ ਗਿਆ। ਮਈ ਦਾ ਮਹੀਨਾ ਅੱਤ ਦੀ ਗਰਮੀ ਦੇ ਦਿਨ ਸਨ। ਲੜਦਿਆਂ ਸ਼ਾਮ ਤੱਕ ਮੁਗਲ ਫੌਜਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਚੁੱਕਿਆ ਸੀ। ਮੁਗਲ ਜਰਨੈਲ ਆਪਣੇ ਨਾਲ ਇਲਾਕੇ ਦੇ ਚੌਧਰੀ ਕਪੂਰੇ ਨੂੰ ਲਿਆਏ ਸਨ। ਉਹਨਾਂ ਨੇ ਕਪੂਰੇ ਨੂੰ ਪੁੱਛਿਆ ਕਿ ਪਾਣੀ ਦਾ ਸਰੋਤ ਇੱਥੋਂ ਕਿੰਨੀ ਦੂਰ ਹੈ। ਇਹ ਕਪੂਰਾ ਚੌਧਰੀ ਗੁਰੂ ਘਰ ਦਾ ਸ਼ਰਧਾਲੂ ਸੀ, ਭਾਵੇਂ ਇਲਾਕੇ ਦਾ ਚੌਧਰੀ ਹੋਣ ਕਰਕੇ ਉਸ ਨੂੰ ਹੁਕੂਮਤ ਦੇ ਨਾਲ ਤੁਰਨਾ ਪੈ ਰਿਹਾ ਸੀ। ਜਰਨੈਲ ਨੂੰ ਗਲਤ ਜਾਣਕਾਰੀ ਦਿੰਦਿਆਂ ਉਹ ਦੱਸਦਾ ਹੈ ਕਿ ਅੱਗੇ ਤੁਰੋਗੇ ਤਾਂ ਪਾਣੀ 30 ਕੋਤੇ ਹੈ ਤੇ ਪਿੱਛੇ ਵਾਪਸ ਆਉਂਗੇ ਤਾਂ 10 ਕੋਤੇ। ਇਸ ਲਈ ਫਿਰ ਪਿਆਸ ਨਾਲ ਮਰ ਰਹੀ ਮੁਗਲ ਫੌਜ ਨੇ ਵਾਪਸ ਹਟਣ ਦਾ ਫੈਸਲਾ ਕੀਤਾ। ਜੰਗ ਖਤਮ ਹੋਣ ਤੋਂ ਬਾਅਦ ਗੁਰੂ ਸਾਹਿਬ ਟਿੱਬੀ ਤੋਂ ਉਤਰ ਕੇ ਸਿੰਘਾਂ ਦੇ ਕੋਲ ਪਹੁੰਚੇ ਤੇ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਕੋਲ ਗਏ ਤੇ ਪ੍ਰੇਮ ਸਤਿਕਾਰ ਨਾਲ ਉਹਨਾਂ ਦੇ ਮੱਥੇ ਤੇ ਹੱਥ ਫੇਰਦਿਆਂ ਕਿਸੇ ਨੂੰ ਆਪਣਾ 5000 ਤੇ ਕਿਸੇ ਨੂੰ 10000 ਜਰਨੈਲ ਹੋਣ ਦਾ ਖਿਤਾਬ ਦੇ ਕੇ ਨਵਾਜਿਆ। ਜੰਗੇ ਮੈਦਾਨ ਵਿੱਚ ਜ਼ਖਮੀ ਪਏ ਭਾਈ ਮਾਹ ਸਿੰਘ ਦੇ ਸਵਾਸ ਹਜੇ ਚੱਲ ਰਹੇ ਸਨ। ਗੁਰੂ ਸਾਹਿਬ ਨੇ ਭਾਈ ਮਾਹ ਸਿੰਘ ਦੇ ਸੀਸ ਨੂੰ ਆਪਣੀ ਝੋਲੀ ਵਿੱਚ ਰੱਖ ਕੇ ਆਪਣੇ ਹਜੂਰੀਏ ਨਾਲ ਉਹਨਾਂ ਦਾ ਮੱਥਾ ਪਹੁੰਚਦੇ ਹੋਇਆ ਫਰਮਾਉਂਦੇ ਹਨ ਕਿ ਬੋਲੋ ਮਾਹ ਸਿੰਘ ਜੀ, ਮੰਗ ਲਓ ਕੀ ਮੰਗਣਾ ਹੈ, ਤੁਹਾਡੀ ਜੋ ਵੀ ਇੱਛਾ ਹੈ ਅਸੀਂ ਪੂਰੀ ਕਰਾਂਗੇ। ਭਾਈ ਮਾਹ ਸਿੰਘ ਜੀ ਨੇ ਉਹ ਬਿਦਾਵੇ ਵਾਲਾ ਪੱਤਰ ਪਾੜ ਦੇਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਤੁਰੰਤ ਕਮਰ ਕੱਸੇ ਚੋਂ ਬਿਦਾਵੇ ਵਾਲਾ ਪੱਤਰ ਕੱਢ ਕੇ ਫਾੜ ਦਿੱਤਾ। ਉਸ ਸਮੇਂ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਨਵਾਜਿਆ। ਗੁਰੂ ਸਾਹਿਬ ਫਰਮਾਏ ਕਿ ਜਿੱਥੇ ਮੇਰੇ 5 ਪਿਆਰਿਆਂ ਨੂੰ, ਮੇਰੇ 4 ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਊਗਾ, ਉੱਥੇ ਇਹਨਾਂ ਮੁਕਤਿਆਂ ਦਾ ਨਾਮ ਵੀ ਜ਼ਰੂਰ ਲਿਆ ਜਾਊਗਾ। ਤੇ ਗੁਰੂ ਸਾਹਿਬ ਦੇ ਹੁਕਮਾਂ ਸਦਕਾ ਅਰਦਾਸ ਦੇ ਰੂਪ ਵਿੱਚ ਰਹਿੰਦੀ ਦੁਨੀਆ ਤੱਕ ਇਹ ਰੀਤ ਏਦਾਂ ਹੀ ਚੱਲੂਗੀ। ਜਿੱਥੇ ਗੁਰੂ ਸਾਹਿਬ ਨੇ ਇਹ ਬਿਦਾਵਾ ਪਾੜਿਆ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ। ਜਿੱਥੋਂ ਉੱਚੀ ਟਿੱਬੀ ਤੋਂ ਗੁਰੂ ਸਾਹਿਬ ਨੇ ਤੀਰ ਵਰਾਏ ਉੱਥੇ ਗੁਰਦੁਆਰਾ ਟਿੱਬੀ ਸਾਹਿਬ, ਜਿੱਥੇ ਇਹਨਾਂ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਉੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ, ਤੇ ਜਿੱਥੇ ਖਦਰਾਣੇ ਦੀ ਢਾਬ ਤੇ ਜੰਗ ਹੋਈ ਉੱਥੇ ਗੁਰਦੁਆਰਾ ਮੁਕਤਸਰ ਸਾਹਿਬ ਸੁਸ਼ੋਭਿਤ ਹੈ। ਇਹ ਚਾਰੇ ਸਥਾਨ ਇੱਕ ਦੂਜੇ ਦੇ ਬਿਲਕੁਲ ਨੇੜੇ ਹਨ। ਮੁਕਤਸਰ ਸਾਹਿਬ ਦੀ ਜੰਗ ਹੋਈ ਤਾਂ 21 ਵਿਸਾਖ ਯਾਨੀ ਕਿ ਮਈ ਦੀ ਅੱਤ ਦੀ ਗਰਮੀ ਵਿੱਚ ਸੀ ਤੇ ਜਿਵੇਂ ਕਿ ਜੰਗ ਦੇ ਸਮੇਂ ਸੀ ਉਸ ਮੌਸਮ ਵਿੱਚ ਖਦਰਾਣੇ ਦੀ ਢਾਬ ਹਰ ਸਾਲ ਸੁੱਕੀ ਹੀ ਰਹਿੰਦੀ ਸੀ। ਦੂਜਾ ਪੁਰਾਣੇ ਸਮੇਂ ਵਿੱਚ ਅੰਧ ਵਿਸ਼ਵਾਸ ਦਾ ਬੋਲਬਾਲਾ ਸੀ। ਲੋਕ ਮੱਕਰ ਸੰਕ੍ਰਾਂਤੀ ਤੇ ਪ੍ਰਯਾਗ ਤੇ ਹਰਿਦੁਆਰ ਆਦਿ ਥਾਵਾਂ ਤੇ ਜਾ ਕੇ ਇਸ਼ਨਾਨ ਕਰਨ ਤੇ ਕਰਮਕਾਂਡਾਂ ਵਿੱਚ ਉਲਝੇ ਹੋਏ ਸਨ। ਇਸ ਲਈ ਫਿਰ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਦੋਵਾਂ ਟੀਚਿਆਂ ਨੂੰ ਮਿੱਥਦੇ ਹੋਏ ਇਹਨਾਂ 40 ਮੁਕਤਿਆਂ ਦੀ ਯਾਦ ਵਿੱਚ ਸ਼ਹੀਦੇ ਗਏ ਸਰੋਤਾਂ ਦੇ ਨਾਮ ਜ਼ਰੂਰ ਸਾਂਝੇ ਕਰਦਾ ਹਾਂ। ਪਰ ਮੈਨੂੰ ਪੱਕਾ ਯਕੀਨ ਹੈ ਕਿ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਵੀਰਾਂ ਚੋਂ ਕਿਸੇ ਨੇ ਇਹਨਾਂ ਚੋਂ ਇੱਕ ਕਿਤਾਬ ਵੀ ਖੋਲਣ ਦੀ ਖੇਚਲ ਨਹੀਂ ਕੀਤੀ ਹੋਊਗੀ। ਫੇਰ ਭਾਵੇਂ ਇਹਨਾਂ ਚੋਂ ਅੱਧਿਓਂ ਜ਼ਿਆਦਾ ਦੀਆਂ PDF ਆਨਲਾਈਨ ਹੀ ਪਈਆਂ ਹੁੰਦੀਆਂ ਹਨ। ਜਿਵੇਂ ਕਿ ਆ ਪਾਲਕ ਪੁੱਤਰ ਅਜੀਤ ਸਿੰਘ ਵਾਲਾ ਵੀਡੀਓ ਬਕਾਇਦਾ ਇੱਕ ਪੇਜ ਨੰਬਰ ਮੈਂਸ਼ਨ ਕੀਤਾ ਹੋਇਆ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਾਤਾ ਸੁੰਦਰੀ ਜੀ ਤੇ ਲਿਖੀ ਇੱਕ ਕਿਤਾਬ ਵੀ ਇਹੋ ਜਿਹੀ ਨਹੀਂ ਹੋਣੀ ਜਿਹਦੇ ਵਿੱਚ ਇਸ ਪਾਲਕ ਪੁੱਤਰ ਅਜੀਤ ਸਿੰਘ ਦਾ ਜ਼ਿਕਰ ਨਾ ਹੋਵੇ, ਕਿਉਂਕਿ ਇਹ ਮਾਤਾ ਜੀ ਦੇ ਜੀਵਨ ਦੀ ਇੰਨੀ ਵੱਡੀ ਤੇ ਸੱਚੀ ਘਟਨਾ ਹੈ ਜਿਸ ਤੋਂ ਬਿਨਾਂ ਉਹਨਾਂ ਦੀ ਜੀਵਨੀ ਪੂਰੀ ਹੋ ਹੀ ਨਹੀਂ ਸਕਦੀ। ਮੇਰੀ ਕੋਈ ਗੱਲ ਨਹੀਂ, ਪਰ ਘੱਟੋ ਘੱਟ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਗੁਰ ਇਤਿਹਾਸ ਨੂੰ ਨਿੰਦਿਆ ਨਾ ਕਰੀਏ। ਸੋ ਇਸ ਵੀਡੀਓ ਵਿੱਚ ਕਿਤਾਬਾਂ ਦੇ ਨਾਲ ਮੈਂ 2 ਵੀਡੀਓ ਦੇ ਸਰੋਤ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਪਹਿਲਾ ਵੀਡੀਓ ਹੈ ਚੋਟੀ ਦੇ ਸਿੱਖ ਇਤਿਹਾਸਕਾਰਾਂ ਚੋਂ ਇੱਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਦਾ,
ਤੇ ਦੂਸਰਾ ਵੀਡੀਓ ਹੈ ਪੰਥ ਰਤਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ। ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਵੀਡੀਓ ਦੇ ਐਂਡ ਵਿੱਚ ਇੱਕ ਵਾਰ ਫੇਰ ਮੈਂ ਉਹੀ ਗੱਲ ਦੁਹਰਾਉਂਗਾ ਕਿ ਮੈਂ ਕਿਸੇ ਵੀ ਇਤਿਹਾਸ ਨੂੰ ਗਲਤ ਜਾਂ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਸਾਡੀ ਕੌਮ ਦੇ ਇਤਿਹਾਸ ਵਿੱਚ ਜੋ ਨਵੀਂ ਸਕਾਰਾਤਮਕ ਖੋਜ ਹੋਈ ਹੈ ਸਿਰਫ ਤੁਹਾਨੂੰ ਉਹਦੇ ਨਾਲ ਜਾਣੂ ਕਰਵਾ ਰਿਹਾ ਹਾਂ ਤੇ ਇਹ ਸਾਡੀ ਕੌਮ ਦੀ ਬੜੀ ਵੱਡੀ ਤਰਾਸਦੀ ਹੈ ਕਿ ਹਜੇ ਤੱਕ SGPC ਨੇ ਇਦਾਂ ਦੀ ਕਿਸੇ ਵੀ ਸੰਸਥਾ ਦਾ ਗਠਨ ਨਹੀਂ ਕੀਤਾ ਜੋ ਸਾਰੀ ਕੌਮ ਦੇ ਬਿਹਾਫ ਤੇ ਇਸ ਗੱਲ ਦਾ ਫੈਸਲਾ ਕਰ ਸਕੇ। ਸੋ ਅੰਤ ਵਿੱਚ ਇਹ ਫੈਸਲਾ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਤੁਸੀਂ ਇਸ ਨਵੀਨਤਮ ਖੋਜ ਨੂੰ ਸਹੀ ਮੰਨਣਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਵਾਲਾ ਇਤਿਹਾਸ ਹੀ ਸਹੀ ਹੈ। ਆਪਣੇ ਵਿਚਾਰ ਕਮੈਂਟ ਵਿੱਚ ਸਾਂਝੇ ਜ਼ਰੂਰ ਕਰਨਾ, ਬਾਕੀ ਦੀ ਚਰਚਾ ਉੱਥੇ ਹੀ ਕਰਾਂਗੇ। ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ।